ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਜਾਣਦੇ ਹੀ ਹਾਂ ਕਿ ਪਤੰਗ ਕੀ ਹੈ। ਜ਼ਰੂਰ ਹੀ ਤੁਸੀਂ ਘਰ ਦੀ ਛੱਤ 'ਤੇ ਜਾ ਕੇ ਪਤੰਗ ਨੂੰ ਉਡਾਇਆ ਹੋਵੇਗਾ। ਜੇ ਨਹੀਂ ਵੀ ਉਡਾਇਆ ਤਾਂ ਉੱਡਦਾ ਤਾਂ ਜ਼ਰੂਰ ਹੀ ਦੇਖਿਆ ਹੋਣਾ ਹੈ। ਪਰ ਕੀ ਤੁਸੀਂ ਜਾਣਦੇ ਹੋ, ਗਣਿਤ ਸ਼ਾਸਤਰੀਆਂ ਨੇ ਇਸ ਦੀ ਸ਼ੇਪ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਦੱਸਿਆ ਕਿ ਇਹ ਤਾਂ ਆਪਣੇ ਆਪ ਵਿੱਚ ਬੜੀ ਹੀ ਇੰਟਰਸਟਿੰਗ ਸ਼ੇਪ ਹੈ। ਆਓ ਇਸ ਨੂੰ ਗਣਿਤਕ ਭਾਸ਼ਾ ਦੇ ਅਨੁਸਾਰ ਜਾਣੀਏ। ਹੁਣ ਧਿਆਨ ਨਾਲ ਦੇਖੋ, ਤੁਹਾਨੂੰ ਇਸ ਦੀ ਸ਼ਕਲ ਜਾਂ ਸ਼ੇਪ ਕਿਸ ਤਰ੍ਹਾਂ ਦੀ ਲੱਗਦੀ ਹੈ। ਕੀ ਇਹ ਸਮਾਨਾਂਤਰ ਚਤੁਰਭੁਜ ਹੈ ਜਾਂ ਸਮਚਤੁਰਭੁਜ ਹੈ ਜਾਂ ਕੋਈ ਹੋਰ ਹੀ ਅਲੱਗ ਤਰ੍ਹਾਂ ਦੀ ਚਤੁਰਭੁਜ ਹੈ। ਆਓ ਇਸ ਦੇ ਬਾਰੇ ਜਾਣਦੇ ਹਾਂ ਕਿ ਪਤੰਗ ਕਿਸ ਤਰ੍ਹਾਂ ਦੀ ਚਤੁਰਭੁਜ ਹੈ, ਇਸ ਦੀ ਰਚਨਾ ਕਿਵੇਂ ਹੁੰਦੀ ਹੈ ਅਤੇ ਫਿਰ ਇਸ ਨੂੰ ਪਰਿਭਾਸ਼ਿਤ ਵੀ ਕਰਦੇ ਹਾਂ। ਹੁਣ ਪਤੰਗ ਨੂੰ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਦੀਆਂ ਸਮਾਨ ਭੁਜਾਵਾਂ ਦੇ ਦੋ ਜੋੜੇ ਹਨ। ਹੁਣ ਇੱਥੇ ਸਾਡੇ ਕੋਲ ਜੋ ਇਸ ਦੀ ਇਹ ਭੁਜਾ ਹੈ, ਇਸ ਭੁਜਾ ਦੀ ਲੰਬਾਈ ਇਸ ਦੀ ਦੂਜੀ ਨਾਲ ਲੱਗਦੀ ਭੁਜਾ ਇਸ ਭੁਜਾ ਦੇ ਬਰਾਬਰ ਹੈ। ਹੁਣ ਇਹਨਾਂ ਦੋਨਾਂ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ ਅਤੇ ਦੋਨੋਂ ਹੀ ਭੁਜਾਵਾਂ ਇਸ ਸਿਖਰ ਬਿੰਦੂ ਤੇ ਮਿਲਦੀਆਂ ਹਨ ਅਤੇ ਇਸੇ ਤਰ੍ਹਾਂ ਇਸ ਦੀਆਂ ਦੂਜੀਆਂ ਦੋ ਭੁਜਾਵਾਂ ਦੀ ਲੰਬਾਈ ਵੀ ਸਮਾਨ ਹੈ, ਭਾਵ ਕਿ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ। ਦੋਨੋਂ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ। ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ ਅਤੇ ਦੋਨੋਂ ਭੁਜਾਵਾਂ ਇਸ ਸਿਖਰ ਬਿੰਦੂ ਤੇ ਮਿਲਦੀਆਂ ਹਨ। ਇਸ ਤਰ੍ਹਾਂ ਅਸੀਂ ਪਤੰਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਪਤੰਗ ਇੱਕ ਉਹ ਚਤੁਰਭੁਜ ਹੈ ਜਿਸ ਦੀਆਂ ਸਮਾਨ ਭੁਜਾਵਾਂ ਦੇ ਦੋ ਜੋੜੇ ਹੁੰਦੇ ਹਨ। ਸਮਾਨ ਭੁਜਾਵਾਂ ਦੇ ਦੋ ਜੋੜੇ ਹੁੰਦੇ ਹਨ। ਦੋ ਜੋੜੇ ਹੁੰਦੇ ਹਨ ਜਿੱਥੇ ਸਮਾਨ ਭੁਜਾਵਾਂ ਲਾਗਵੀਆਂ ਭੁਜਾਵਾਂ ਹੁੰਦੀਆਂ ਹਨ। ਲਾਗਵੀਆਂ ਭੁਜਾਵਾਂ ਹੁੰਦੀਆਂ ਹਨ। ਹੁਣ ਅੱਗੇ ਸਵਾਲ ਉੱਠਦਾ ਹੈ ਕਿ ਜੇਕਰ ਇਹ ਦੋਨੋਂ ਹੀ ਸਮਾਨ ਭੁਜਾਵਾਂ ਲਾਗਵੀਆਂ ਭੁਜਾਵਾਂ ਨਾ ਹੋਣ ਤਾਂ ਕੀ ਫਿਰ ਵੀ ਕੋਈ ਚਤੁਰਭੁਜ ਬਣਦੀ ਹੈ। ਆਓ ਅਸੀਂ ਇੱਥੇ ਕਰਕੇ ਦੇਖਦੇ ਹਾਂ। ਇੱਥੇ ਮੇਰੇ ਕੋਲ ਇੱਕ ਭੁਜਾ ਹੈ, ਮੈਂ ਇੱਥੇ ਭੁਜਾ ਲੈ ਲੈਂਦਾ ਹਾਂ। ਇਹ ਮੇਰੇ ਕੋਲ ਇੱਕ ਭੁਜਾ ਹੈ ਅਤੇ ਇਸ ਦੀ ਲੰਬਾਈ ਦੇ ਸਮਾਨ ਇੱਕ ਮੈਂ ਹੋਰ ਭੁਜਾ ਇੱਥੇ ਖਿੱਚ ਲੈਂਦਾ। ਇਸ ਤਰ੍ਹਾਂ ਇਹਨਾਂ ਦੋਨਾਂ ਦੀ ਲੰਬਾਈ ਆਪਸ ਦੇ ਵਿੱਚ ਸਮਾਨ ਹੈ, ਭਾਵ ਜਿੰਨੀ ਲੰਬਾਈ ਇਸ ਦੀ ਹੈ ਉਨੀ ਹੀ ਲੰਬਾਈ ਇਸ ਦੀ ਹੈ। ਹੁਣ ਇਸ ਦੀਆਂ ਦੂਜੀਆਂ ਦੋ ਭੁਜਾਵਾਂ, ਇਹ ਭੁਜਾ ਅਤੇ ਇਹ ਭੁਜਾ, ਇਹਨਾਂ ਦੋਨਾਂ ਦੀ ਲੰਬਾਈ ਵੀ ਆਪਸ ਦੇ ਵਿੱਚ ਬਰਾਬਰ ਹੈ। ਇੱਥੇ ਸਾਡੇ ਕੋਲ ਸਮਾਨ ਭੁਜਾਵਾਂ ਦੇ ਦੋ ਜੋੜੇ ਹਨ, ਪਰ ਇਹ ਦੋਨੋਂ ਹੀ ਸਮਾਨ ਭੁਜਾਵਾਂ ਲਾਗਵੀਆਂ ਭੁਜਾਵਾਂ ਨਹੀਂ ਹਨ, ਕਿਉਂਕਿ ਇੱਥੇ ਦੋਨੋਂ ਹੀ ਜੋ ਬਰਾਬਰ ਲੰਬਾਈ ਵਾਲੀਆਂ ਭੁਜਾਵਾਂ ਹਨ ਉਹ ਇੱਕ ਬਿੰਦੂ ਤੇ ਨਹੀਂ ਮਿਲਦੀਆਂ, ਜਿਸ ਤਰ੍ਹਾਂ ਕਿ ਇੱਥੇ ਮਿਲਦੀਆਂ ਸਨ। ਦੋ ਬਰਾਬਰ ਲੰਬਾਈ ਵਾਲੀਆਂ ਭੁਜਾਵਾਂ ਇੱਕ ਬਿੰਦੂ ਤੇ ਮਿਲਦੀਆਂ ਸਨ। ਹੁਣ ਇੱਥੇ ਜੋ ਬਰਾਬਰ ਲੰਬਾਈ ਵਾਲੀਆਂ ਭੁਜਾਵਾਂ ਹਨ ਦੋਨੋਂ ਹੀ ਇੱਕ ਦੂਜੇ ਦੇ ਆਮੋ ਸਾਹਮਣੇ ਹਨ। ਇਸ ਤਰ੍ਹਾਂ ਜੋ ਇਹ ਚਤੁਰਭੁਜ ਬਣਦੀ ਹੈ, ਇਹ ਚਤੁਰਭੁਜ ਪਤੰਗ ਨਹੀਂ ਹੈ, ਤਾਂ ਇਸ ਚਤੁਰਭੁਜ ਨੂੰ ਅਸੀਂ ਸਮਾਨਾਂਤਰ ਚਤੁਰਭੁਜ ਆਖਦੇ ਹਾਂ। ਹੁਣ ਅੱਗੇ ਆਓ ਇਸ ਪਤੰਗ ਦੀ ਰਚਨਾ ਕਰਦੇ ਹਾਂ। ਹੁਣ ਇਸ ਪਤੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦੇ ਦੋ ਵਿਕਰਣ ਹਨ, ਜਿੱਥੇ ਇੱਕ ਵਿਕਰਣ ਦੂਜੇ ਵਿਕਰਣ ਨੂੰ ਸਮਦੋਭਾਜਿਤ ਕਰਦਾ ਹੈ ਅਤੇ ਇਸ ਨੂੰ 90 ਡਿਗਰੀ ਦੇ ਕੋਣ ਤੇ ਕੱਟਦਾ ਹੈ, ਭਾਵ ਕਿ ਪਤੰਗ ਦੇ ਵਿੱਚ ਇੱਕ ਵਿਕਰਣ ਦੂਜੇ ਵਿਕਰਣ ਦਾ ਲੰਬ ਸਮਦੋਭਾਜਿਤ ਹੁੰਦਾ ਹੈ। ਤਾਂ ਹੁਣ ਵਿਕਰਣਾਂ ਦੇ ਆਧਾਰ ਤੇ ਅਸੀਂ ਇਸ ਪਤੰਗ ਦੀ ਰਚਨਾ ਕਰਦੇ ਹਾਂ। ਮੈਂ ਇੱਥੇ ਇੱਕ ਵਿਕਰਣ ਖਿੱਚ ਲੈਂਦਾ ਹਾਂ। ਇਹ ਮੇਰੇ ਕੋਲ ਇੱਕ ਵਿਕਰਣ ਹੈ ਅਤੇ ਇਹ ਇਸ ਦਾ ਮੱਧ ਬਿੰਦੂ ਹੈ ਅਤੇ ਇੱਥੋਂ ਮੈਂ ਇੱਕ ਦੂਜਾ ਵਿਕਰਣ ਇਸ ਤਰ੍ਹਾਂ ਖਿੱਚ ਲੈਂਦਾ ਹਾਂ। ਹੁਣ ਜੋ ਇਹ ਮੈਂ ਵਿਕਰਣ ਖਿੱਚਿਆ ਹੈ, ਇਹ ਵਿਕਰਣ ਇਸ ਪਹਿਲੇ ਵਿਕਰਣ ਨੂੰ ਸਮਦੋਭਾਜਿਤ ਕਰਦਾ ਹੈ, ਭਾਵ ਇੱਥੋਂ ਲੈ ਕੇ ਇਸ ਬਿੰਦੂ ਤੱਕ ਦੀ ਦੂਰੀ, ਜਿੱਥੇ ਕਿ ਦੋਨੇ ਹੀ ਵਿਕਰਣ ਕੱਟਦੇ ਹਨ, ਇਸ ਦੀ ਦੂਰੀ ਇੱਥੋਂ ਲੈ ਕੇ ਇਸ ਬਿੰਦੂ ਤੱਕ ਬਰਾਬਰ ਹੈ ਅਤੇ ਦੋਨੋਂ ਹੀ ਆਪਸ ਦੇ ਵਿੱਚ 90 ਡਿਗਰੀ ਦਾ ਕੋਣ ਬਣਾਉਂਦੇ ਹਨ। ਹੁਣ ਇੱਥੇ ਮੈਂ ਇਹਨਾਂ ਦੇ ਸਿਖਰਾਂ ਨੂੰ ਮਿਲਾਉਂਦਾ ਹਾਂ। ਇੱਥੇ ਇਸ ਸਿਖਰ ਨੂੰ ਇਸ ਸਿਖਰ ਨਾਲ ਮਿਲਾ ਲਿਆ, ਇਸ ਸਿਖਰ ਨੂੰ ਇਸ ਸਿਖਰ ਨਾਲ ਮਿਲਾ ਲਿਆ ਅਤੇ ਫਿਰ ਇਸ ਸਿਖਰ ਨੂੰ ਇਸ ਸਿਖਰ ਨਾਲ ਅਤੇ ਇਸ ਸਿਖਰ ਨੂੰ ਇਸ ਸਿਖਰ ਨਾਲ ਮਿਲਾ ਲਿਆ। ਇਸ ਤਰ੍ਹਾਂ ਮੇਰੇ ਕੋਲ ਇੱਕ ਪਤੰਗ ਦੀ ਰਚਨਾ ਹੋ ਗਈ, ਜਿੱਥੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ ਅਤੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ। ਇੱਥੇ ਸਮਾਨ ਭੁਜਾਵਾਂ ਇੱਕ ਬਿੰਦੂ ਤੇ ਮਿਲਦੀਆਂ ਹਨ ਤੇ ਦੂਜੀਆਂ ਸਮਾਨ ਭੁਜਾਵਾਂ ਦਾ ਜੋੜਾ ਇਸ ਬਿੰਦੂ ਤੇ ਮਿਲਦਾ ਹੈ। ਹੁਣ ਆਓ ਅੱਗੇ ਦੇਖਦੇ ਹਾਂ
ਕਿ ਜੇਕਰ ਇਹ ਦੋਨੋਂ ਹੀ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਨ ਅਤੇ 90 ਡਿਗਰੀ ਦੇ ਕੋਣ ਤੇ ਹੋਣ, ਭਾਵ ਦੋਨੋਂ ਹੀ ਇੱਕ ਦੂਜੇ ਦੇ ਲੰਬ ਸਮਦੋਭਾਜਿਤ ਹੋਣ, ਤਾਂ ਕਿਸ ਤਰ੍ਹਾਂ ਦੀ ਚਤੁਰਭੁਜ ਬਣਦੀ ਹੈ। ਹੁਣ ਇੱਥੇ ਮੈਂ ਇੱਕ ਵਿਕਰਨ ਲੈ ਲਿਆ ਅਤੇ ਫਿਰ ਇਸ ਦੇ ਮੱਧ ਬਿੰਦੂ ਵਿੱਚੋਂ ਜਾ ਕੇ ਇੱਕ ਦੂਜਾ ਵਿਕਰਨ ਖਿੱਚ ਲਿਆ। ਇਸ ਤਰ੍ਹਾਂ ਮੈਂ ਇੱਕ ਦੂਜਾ ਵਿਕਰਨ ਖਿੱਚ ਲਿਆ ਜੋ ਪਹਿਲੇ ਵਿਕਰਨ ਦਾ ਲੰਬ ਸਮਦੋਭਾਜਿਤ ਹੈ। ਇੱਥੇ ਦੋਨੋਂ ਹੀ ਵਿਕਰਨ ਇੱਕ ਦੂਜੇ ਦੇ ਲੰਬ ਸਮਦੋਭਾਜਿਤ ਹਨ, ਭਾਵ ਕਿ ਇਹ ਵਿਕਰਨ ਇਸ ਵਿਕਰਨ ਨੂੰ ਸਮਦੋਭਾਜਿਤ ਕਰਦਾ ਹੈ, ਭਾਵ ਕਿ ਇੱਥੇ ਤੱਕ ਦੀ ਲੰਬਾਈ ਇਸ ਦੇ ਬਰਾਬਰ ਹੈ। ਇਸੇ ਤਰ੍ਹਾਂ ਇਹ ਵਿਕਰਨ ਇਸ ਵਿਕਰਨ ਨੂੰ ਲੰਬ ਸਮਦੋਭਾਜਿਤ ਕਰਦਾ ਹੈ, ਭਾਵ ਕਿ ਇੱਥੇ 90 ਡਿਗਰੀ ਦਾ ਕੋਣ ਵੀ ਬਣਦਾ ਹੈ ਅਤੇ ਇਸ ਦੀ ਲੰਬਾਈ ਦੇ ਬਰਾਬਰ ਹੈ। ਹੁਣ ਇੱਥੇ ਜਦੋਂ ਅਸੀਂ ਇਸ ਦੇ ਸਿਖਰਾਂ ਨੂੰ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਕੁਝ ਇਸ ਤਰ੍ਹਾਂ ਦੀ ਚਤੁਰਭੁਜ ਬਣ ਜਾਂਦੀ ਹੈ। ਇਹ ਚਤੁਰਭੁਜ ਬਣ ਗਈ। ਹੁਣ ਇਹ ਚਤੁਰਭੁਜ ਇੱਕ ਸਪੈਸ਼ਲ ਕਿਸਮ ਦੀ ਚਤੁਰਭੁਜ ਹੈ ਜਿਸ ਦੇ ਵਿੱਚ ਕਿ ਪਤੰਗ ਵਾਲੀਆਂ ਵੀ ਸਾਰੀਆਂ ਕੁਆਲਿਟੀਜ਼ ਹਨ, ਪਰ ਇੱਥੇ ਇਸ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਬਰਾਬਰ ਹੈ। ਤਾਂ ਇਸ ਤਰ੍ਹਾਂ ਦੀ ਚਤੁਰਭੁਜ ਨੂੰ ਅਸੀਂ ਸਮ ਚਤੁਰਭੁਜ ਆਖਦੇ ਹਾਂ। ਤਾਂ ਇਹ ਸਾਡੇ ਕੋਲ ਇੱਕ ਸਮ ਚਤੁਰਭੁਜ ਹੈ, ਸਮ ਚਤੁਰਭੁਜ। ਹੁਣ ਅੱਗੇ ਇੱਕ ਕੰਡੀਸ਼ਨ ਹੋਰ ਹੋ ਸਕਦੀ ਹੈ ਕਿ ਜੇਕਰ ਇਹਨਾਂ ਦੋਨਾਂ ਵਿਕਰਨਾਂ ਦੀ ਲੰਬਾਈ ਬਰਾਬਰ ਹੋਵੇ ਅਤੇ ਇੱਕ ਦੂਜੇ ਨੂੰ ਲੰਬ ਸਮਦੋਭਾਜਿਤ ਕਰਨ ਤਾਂ ਕਿਸ ਤਰ੍ਹਾਂ ਦੀ ਚਤੁਰਭੁਜ ਬਣਦੀ ਹੈ। ਹੁਣ ਇੱਥੇ ਮੇਰੇ ਕੋਲ ਇੱਕ ਵਿਕਰਨ ਹੈ ਅਤੇ ਇਸੇ ਵਿਕਰਨ ਦੇ ਮੱਧ ਬਿੰਦੂ ਵਿੱਚੋਂ ਇਸੇ ਲੰਬਾਈ ਦਾ ਇੱਕ ਹੋਰ ਵਿਕਰਨ ਖਿੱਚਦੇ ਹਾਂ। ਹੁਣ ਇਹ ਦੋਨੋਂ ਹੀ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਵੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਲੰਬ ਤੇ ਕੱਟਦੇ ਹਨ, ਭਾਵ ਕਿ ਦੋਨੋਂ ਹੀ ਵਿਕਰਨ ਲੰਬ ਸਮਦੋਭਾਜਿਤ ਹਨ ਅਤੇ ਦੋਨਾਂ ਦੀ ਲੰਬਾਈ ਵੀ ਬਰਾਬਰ ਹੈ। ਹੁਣ ਜਦੋਂ ਅਸੀਂ ਇਸ ਦੇ ਸਿਖਰਾਂ ਨੂੰ ਮਿਲਾਉਂਦੇ ਹਾਂ, ਇਸ ਸਿਖਰ ਨੂੰ ਮਿਲਾਇਆ, ਇਸ ਨੂੰ ਇਸ ਨਾਲ ਮਿਲਾ ਦਿੱਤਾ, ਅੱਗੇ ਇਸ ਨੂੰ ਇਸ ਨਾਲ ਮਿਲਾਇਆ ਤੇ ਫਿਰ ਇਸ ਨੂੰ ਇਸ ਨਾਲ ਮਿਲਾਇਆ ਅਤੇ ਇਸ ਨੂੰ ਇਸ ਨਾਲ ਮਿਲਾਇਆ। ਇਸ ਤਰ੍ਹਾਂ ਜੋ ਸਾਡੇ ਕੋਲ ਇੱਕ ਚਤੁਰਭੁਜ ਪ੍ਰਾਪਤ ਹੁੰਦੀ ਹੈ, ਇਸ ਚਤੁਰਭੁਜ ਨੂੰ ਅਸੀਂ ਵਰਗ ਆਖਦੇ ਹਾਂ। ਹੁਣ ਇਹ ਸਾਡੇ ਕੋਲ ਇੱਕ ਵਰਗ ਹੈ। ਹੁਣ ਇੱਥੇ ਇਹ ਨਤੀਜਾ ਨਿਕਲਦਾ ਹੈ ਕਿ ਹਰੇਕ ਵਰਗ ਸਮ ਚਤੁਰਭੁਜ ਹੁੰਦਾ ਹੈ, ਕਿਉਂਕਿ ਇਸ ਦੇ ਵਿੱਚ ਸਾਰੀਆਂ ਹੀ ਕੁਆਲਿਟੀ ਸਮ ਚਤੁਰਭੁਜ ਵਾਲੀਆਂ ਹੁੰਦੀਆਂ ਹਨ ਅਤੇ ਅੱਗੇ ਸਮ ਚਤੁਰਭੁਜ ਦੇ ਵਿੱਚ ਪਤੰਗ ਵਾਲੀਆਂ ਕੁਆਲਿਟੀਜ਼ ਹੁੰਦੀਆਂ ਹਨ। ਇਸ ਤਰ੍ਹਾਂ ਹਰੇਕ ਸਮ ਚਤੁਰਭੁਜ ਪਤੰਗ ਵੀ ਹੋ ਸਕਦੀ ਹੈ, ਪਰ ਇੱਥੇ ਜੇ ਦੇਖਿਆ ਜਾਵੇ ਤਾਂ ਹਰੇਕ ਪਤੰਗ ਸਮ ਚਤੁਰਭੁਜ ਨਹੀਂ ਹੁੰਦਾ। ਜਿਵੇਂ ਕਿ ਇਸ ਉਦਾਹਰਨ 'ਚ ਤੁਸੀਂ ਦੇਖਿਆ ਕਿ ਇਹ ਇੱਕ ਸਮ ਚਤੁਰਭੁਜ ਨਹੀਂ ਹੈ, ਇਸੇ ਤਰ੍ਹਾਂ ਹਰੇਕ ਸਮ ਚਤੁਰਭੁਜ ਵਰਗ ਨਹੀਂ ਹੋ ਸਕਦੀ।